ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स। कोविड-19 की कोरोना वायरस के फैलाव ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲਾਕਡਾਊਨ ਦਾ ਮਾਹੌਲ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਗਿਆ। ਹਾਲਾਂਕਿ ਇਸ ਕਰਫਿਊ ਦੇ ਵਿੱਚ ਕਿਸੇ ਨਾ ਕਿਸੇ ਦੀ ਜਿਹੜੀ ਤਰੀਕੇ ਦੀ ਢਿੱਲ ਹੈ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਹੈ। ਪੰਜਾਬ ਦੇ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਦੇ ਗਵਰਨਮੈਂਟ ਨੇ ਜਿਹੜੇ ਇੱਥੇ ਦੇ ਬਿਜ਼ਨਸ ਨੇ ਜਾਂ ਜਿਹੜੇ ਇੱਥੇ ਦੇ ਇੰਡਸਟਰੀਜ਼ ਨੇ ਉਹਨਾਂ ਨੂੰ ਓਪਨ ਕਰਨ ਦੀ ਪਰਮਿਸ਼ਨ ਜਿਹੜੀ ਆ ਉਹ ਗ੍ਰਾਂਟ ਕਰ ਦਿੱਤੀ ਹੈ, ਜੋ ਕਿ ਇੱਕ ਸਪੈਸੀਫਿਕ ਟਾਈਮ ਦੇ ਲਈ ਹੀ ਓਪਨ ਰਹੇਗੀ। ਪਰ ਜੇਕਰ ਗੱਲ ਕਰੀਏ ਜਿਹੜੀਆਂ ਇੰਡਸਟਰੀਜ਼ ਪਿਛਲੇ 1.5 ਮਹੀਨੇ ਯਾਰ ਕਿਉਂਕਿ 1.5 ਮਹੀਨੇ ਤੋਂ ज़्यादा टाइम हो चुका है, अप्रोक्सीमेटली 2 महीने होने आए ने इस करफ्यू ਨੂੰ ਲੱਗਿਆ ਹੋਇਆ। ਇਸ ਦੌਰਾਨ ਕਾਫੀ ਨੁਕਸਾਨ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਤੇ ਇਸ ਬਾਰੇ 'ਚ ਅਸੀਂ ਅੱਜ ਗੱਲ ਕਰਨ ਲਈ ਮੌਜੂਦ ਹਾਂ ਮਿਸਟਰ ਕਾਲਰਾ ਦੇ ਨਾਲ, ਜੋ ਕਿ LG ਦੇ ਐਕਸਕਲੂਸਿਵ ਸ਼ੋਰੂਮ ਦੇ ਓਨਰ ਨੇ ਜਲੰਧਰ ਦੇ ਵਿੱਚ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਤੇ ਨਾਲੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਪਿਛਲੇ ਇਸ 1.5 ਮਹੀਨੇ ਦੇ ਲਾਕਡਾਊਨ ਦੇ ਵਿੱਚ ਉਹਨਾਂ ਨੇ ਜਿਹੜੇ ਲੌਸਸ ਨੇ ਉਹ ਫੇਸ ਕੀਤੇ ਨੇ। ਕੱਲ੍ਹ ਅਸੀਂ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆਉਂਦਾ ਕਿ ਜਿਹੜਾ 1.5 ਮਹੀਨੇ ਤੋਂ ਜ਼ਿਆਦਾ ਦਾ ਟਾਈਮ ਜਿਹੜਾ ਹੈ ਉਹ ਲਾਕਡਾਊਨ ਦੇ ਵਿੱਚ ਬੀਤਿਆ, ਤੁਹਾਡਾ ਜਿਹੜਾ ਸਟੋਰ ਹੈ ਉਹ ਵੀ ਬੰਦ ਰਿਹਾ। ਇਸ ਟਾਈਮ ਦੇ ਦੌਰਾਨ ਤੁਹਾਡੇ ਜਿਹੜੇ ਹੈ ਕਿਸ ਤਰੀਕੇ ਦੇ ਲੌਸਿਸ ਹੋਏ? ਕਿਉਂਕਿ ਜੇ ਆਪਾਂ ਗਰਮੀਆਂ ਦੀ ਗੱਲ ਕਰੀਏ ਤਾਂ ਗਰਮੀਆਂ ਦਾ ਜਿਹੜਾ ਸੀਜ਼ਨ ਹੁੰਦਾ ਹੈ ਉਸ ਦੀ ਸ਼ੁਰੂਆਤ ਦੇ ਵਿੱਚ ACs ਵਗੈਰਾ ਦੀ ਜਿਹੜੀ ਵਿਕਰੀ ਹੈ ਉਹ ਸਭ ਤੋਂ ਜ਼ਿਆਦਾ ਵੱਧ ਜਾਂਦੀ ਹੈ। ਕਿਸ ਤਰੀਕੇ ਦੇ ਲੌਸਿਸ ਜਿਹੜੇ ਹੈ ਸਾਨੂੰ ਦੇਖਣ ਨੂੰ ਮਿਲੇ ਨੇ? ਸਭ ਤੋਂ ਪਹਿਲੇ ਤਾਂ ਜਿਵੇਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ। 50 ਦਿਨਾਂ ਤੋਂ ਬਾਅਦ ਸਾਨੂੰ ਇਹ ਮੌਕਾ ਮਿਲਿਆ, ਅਸੀਂ ਆਪਣੇ ਸ਼ੋਰੂਮਸ ਦੇ ਉੱਤੇ ਦੁਬਾਰਾ ਆਏ, ਅਸੀਂ ਇਹਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ, ਸ਼ੋਰੂਮ ਨੂੰ ਤਿਆਰ ਕੀਤਾ ਔਰ ਜਿੱਦਾਂ ਸਰਕਾਰ ਚਾਹੁੰਦੀ ਸੀ ਉਹਦੇ ਮੁਤਾਬਿਕ ਅਸੀਂ ਇਸ ਨੂੰ ਤਿਆਰ ਕਰਕੇ ਅੱਜ ਬੈਠੇ ਹਾਂ। ਜਿੰਨੇ ਰੂਲ ਰੈਗੂਲੇਸ਼ਨ ਨੇ ਸੈਨੀਟਾਈਜੇਸ਼ਨ ਦੇ, ਸੋਸ਼ਲ ਡਿਸਟੈਂਸਿੰਗ ਦੇ, ਮਾਸਕ ਦੇ, ਅਸੀਂ ਸਾਰੇ ਆਪਣੇ ਸ਼ੋਰੂਮ ਦੇ ਉੱਤੇ ਫੋਲੋ ਕਰ ਰਹੇ ਹਾਂ। ਇਹਦੇ ਬਾਰੇ ਜੋ ਸਰਕਾਰ ਨੇ ਦੱਸਿਆ ਔਰ ਉਸ ਤੋਂ ਬਾਅਦ ਸਾਡੀ ਕੰਪਨੀ ਨੇ ਵੀ ਸਾਨੂੰ ਕਈ ਕੁਛ ਇਹਦੇ ਬਾਰੇ ਸਮਝਾਇਆ, ਅਸੀਂ ਉਹ ਸਾਰਾ ਕੁਛ ਇਹਨੂੰ ਫੋਲੋ ਕਰ ਰਹੇ ਹਾਂ। ਜਿੰਨੇ ਤੱਕ ਗੱਲ ਹੈਗੀ ਹੈ 50 ਦਿਨ ਦੇ ਬੰਦ ਰਹਿਣ ਦੀ, ਸਾਰਿਆਂ ਨੂੰ ਹੀ ਇੱਕ ਬਹੁਤ ਵੱਡਾ ਇਹ ਝਟਕਾ ਲੱਗਾ, ਸਾਰੇ ਟ੍ਰੇਡ ਨੂੰ, ਸਾਰੀ ਇੰਡਸਟਰੀ ਨੂੰ। ਅਸੀਂ ਵੀ ਉਹਦੇ ਹਿੱਸਾ ਹਾਂ ਬਹੁਤ ਜ਼ਿਆਦਾ, ਕਿਉਂਕਿ ਸੀਜ਼ਨ ਦੇ ਟਾਈਮ ਦੇ ਉੱਤੇ ਅਸੀਂ ਖੜੇ ਸੀਗੇ। ਇਸ ਵੇਲੇ 에ਅਰ ਕੰਡੀਸ਼ਨਰ ਦਾ ਬਹੁਤ ਵਧੀਆ ਜਿਹੜਾ ਬਿਜ਼ਨਸ ਜਿਹੜਾ ਉਹ ਚੱਲਦਾ ਹੈਗਾ, ਉਹਦੇ ਨਾਲ ਵੱਡੇ ਅਪਲਾਇੰਸਿਸ, ਰੈਫਰੀਜਰੇਟਰਸ ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਸੇਲ ਹੁੰਦੀ ਹੈ। ਇਹੋ ਜਿਹੇ ਟਾਈਮ ਦੇ ਉੱਤੇ ਜਦੋਂ ਅਸੀਂ ਬਹੁਤ ਅੱਛਾ ਸਟਾਕ ਲੈ ਕੇ ਕੰਪਨੀ ਦਾ ਬੈਠੇ ਦੇ ਸੀਗੇ, ਆਲ ਆਫ ਏ ਸਡਨ ਜਿਹੜਾ ਉਹ ਟ੍ਰੇਡ ਜਿਹੜਾ ਉਹ ਰੁਕ ਗਿਆ। ਉਹਦੇ ਨਾਲ ਕੀ ਹੋਇਆ ਕਿ ਇੱਕ ਇੰਨੇ ਸਟਾਕ ਦੀ ਜਿਹੜੀ ਇਨਵੈਸਟਮੈਂਟ ਦੀ ਕਾਸਟ ਹੁੰਦੀ ਹੈ ਉਹ ਸਾਡੇ ਉੱਤੇ ਪੈਂਦੀ ਰਹੀ, ਸ਼ੋਰੂਮਸ ਦੀ ਕਾਸਟ ਹੁੰਦੀ ਹੈ ਉਹ ਪੈਂਦੀ ਰਹੀ, ਜਿਹੜੀ ਫਿਕਸਡ ਕਾਸਟ ਹੈ, ਜਿਹੜੇ ਸਾਡੇ EMPLOYEES ਨੇ ਉਹਨਾਂ ਦੀ ਕਾਸਟ ਜਿਹੜੀ ਹੈ ਉਹ ਪੈਂਦੀ ਹੈ, ਉਹ ਸਾਰਾ ਕੁਝ ਪੈਂਦੀ ਰਹੀ। ਉਹ ਸਾਰੇ ਜਿਹੜੇ ਹੈਗੇ ਨੇ ਉਹ ਟ੍ਰੇਡ ਨੂੰ ਝੱਲਣੇ ਤਾਂ ਪੈ ਹੀ ਰਹੇ ਨੇ, ਅਸੀਂ ਅੱਜ ਚੱਲ ਰਹੇ ਹਾਂ। ਬਟ ਕਮ ਸੇ ਕਮ ਸਾਨੂੰ ਇਹ ਰਾਹਤ ਜ਼ਰੂਰ ਹੈਗੀ ਹੈ ਕਿ ਅੱਜ ਉਹ ਸਾਰਾ ਕੁਝ ਖੁੱਲ੍ਹ ਗਿਆ ਔਰ ਅਸੀਂ ਰਾਈਟ ਸੀਜ਼ਨ ਦੇ ਵਿੱਚ ਬੈਠੇ ਹਾਂ, ਜਿਹਦੇ ਵਿੱਚ ਅਸੀਂ ਉਮੀਦ ਕਰ ਰਹੇ ਹਾਂ ਕਿ ਜੋ ਕੁਛ ਵੀ ਹੋਇਆ ਅਸੀਂ ਕਾਫੀ ਕੁਛ ਉਹਦੇ 'ਚੋਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਕੀ ਲੱਗਦਾ ਕਾਲਾ ਜੀ, ਜਿੱਦਾਂ ਹੁਣ ਸਾਰਾ ਜਿਹੜਾ ਮੇਨ ਗਰਮੀ ਦਾ ਸੀਜ਼ਨ ਚਲੋ ਹਲੇ ਚੱਲਦਾ ਪਿਆ, ਜੂਨ ਜੁਲਾਈ ਦਾ ਮਹੀਨਾ ਹਲੇ ਪਿਆ ਜਿਹਦੇ 'ਚ ਪੀਕ ਗਰਮੀ ਮੰਨੀ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਸ਼ੋਰੂਮ ਖੋਲ੍ਹ ਦਿੱਤੇ ਗਏ ਨੇ, ਇਸ ਜਿਹੜੀ ਸੇਲਸ ਦਾ ਜਿਹੜਾ ਨੁਕਸਾਨ ਪਿਛਲੇ 1.5 ਮਹੀਨੇ ਤੋਂ ਜ਼ਿਆਦਾ ਹੋਇਆ ਉਹ ਕਿਤੇ ਨਾ ਕਿਤੇ ਕਵਰ ਅਪ ਹੋ ਸਕਦਾ? ਦੇਖੋ, ਸਾਰਾ ਕਵਰ ਅਪ ਕਰਨਾ ਤਾਂ ਸ਼ਾਇਦ ਮੁਸ਼ਕਿਲ ਹੋਵੇ, ਬਟ ਅਸੀਂ ਆਪਟੀਮਿਸਟਿਕ ਬਹੁਤ ਹਾਂ ਕਿਉਂਕਿ ਇਸ ਵਾਰੀ ਚਾਂਸ ਦੀ ਗੱਲ ਇਹ ਹੈ ਵੀ ਮੌਸਮ ਜਿਹੜਾ ਬਹੁਤ ਅੱਛਾ ਰਿਹਾ। ਸੋ 에ਅਰ ਕੰਡੀਸ਼ਨਰਸ ਜਿਨ੍ਹਾਂ ਦਾ ਇਹ ਬਹੁਤ ਵੱਡਾ ਸੀਜ਼ਨ ਹੁੰਦਾ ਉਹਨਾਂ ਦੀ ਸੇਲ ਜਿਹੜੀ ਹੈ ਥੋੜ੍ਹੀ ਜਿਹੀ ਡਿਲੇਡ ਹੋ ਗਈ ਹੈ। ਜਿੰਨੀ ਕੁ ਡਿਲੇਡ ਹੋਈ ਹੈ ਅਸੀਂ ਉਮੀਦ ਕਰ ਰਹੇ ਹਾਂ ਕਿ ਸੇਲ ਤਾਂ ਬਹੁਤ ਹੀ ਅੱਛੀ ਹੋਏਗੀ ਔਰ ਅਗਲੇ 2 ਮਹੀਨੇ 'ਚ ਹੋਏਗੀ। ਉਹ ਸਿਰਫ ਇਹ ਹੈ ਕਿ ਡਿਲੇ ਹੋ ਗਈ ਹੈ, ਕੁਝ ਬੰਦ ਕਰਕੇ ਵੀ ਡਿਲੇ ਹੋ ਗਈ ਹੈ ਔਰ ਦੂਸਰਾ ਇਸ ਕਰਕੇ ਵੀ ਡਿਲੇ ਹੋ ਗਈ ਹੈ ਕਿਉਂਕਿ ਮੌਸਮ ਜਿਹੜਾ ਸੀਗਾ ਉਹ ਬਹੁਤ ਅੱਛਾ, ਲੋਕਾਂ ਨੂੰ ਪਲੇਜ਼ੈਂਟ ਮੌਸਮ ਜਿਹੜਾ ਮਿਲਦਾ ਰਿਹਾ। ਸੋ ਕਾਫੀ ਹੱਦ ਤੱਕ ਅਸੀਂ ਉਮੀਦ ਕਰ ਰਹੇ ਹਾਂ ਕਿ ਸੇਲ ਦੀ ਭਰਪਾਈ ਜਿਹੜੀ ਹੈ ਇਸ ਪਰਟੀਕੂਲਰ ਸੈਗਮੈਂਟ ਦੀ ਤਾਂ ਜ਼ਰੂਰ ਹੋ ਜਾਏਗੀ ਔਰ ਨਾਲ ਰੈਫਰੀਜਰੇਟਰਸ 'ਚ ਹੋ ਜਾਏਗੀ। ਬਟ ਜਿਹੜਾ ਟਾਈਮ ਲਾਸ ਹੈ 50 ਦਿਨ ਦਾ ਉਹ ਬੜਾ ਵੱਡਾ ਫੇਜ਼ ਹੈ, ਸੋ ਇੰਨਾ ਪੂਰਾ ਕਰ ਪਾਉਣਾ ਸ਼ਾਇਦ ਪੋਸੀਬਲ ਨਾ ਹੋਵੇ, ਬਟ ਵੀ ਆਰ ਹੋਪਿੰਗ ਫॉर द ਬੈਸਟ। ਤੇ ਜੇਕਰ ਗੱਲ ਕਰੀਏ ਸਰ, ਜਿੱਦਾਂ ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਉਹ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਕੰਪਲੇਂਟ ਹੈ ਕਿ ਉਹਨਾਂ ਦਾ ਜਿਹੜਾ ਪੈਸੇ ਦਾ ਫਲੋ ਹੈ ਉਹ ਕਿਤੇ ਨਾ ਕਿਤੇ ਟੁੱਟਿਆ ਔਰ ਓਬਵੀਅਸ ਜੀ ਗੱਲ ਹੈ ਜਦੋਂ ਕੋਈ ਬੰਦਾ ਇੱਥੇ ਪਰਚੇਜ਼ਿੰਗ ਕਰਨ ਆਏਗਾ ਉਹ ਬੰਦਾ ਉਹੀ ਆਏਗਾ ਜਿਹਦੇ ਕੋਲ ਜਾਂ ਤਾਂ ਸਰਪਲਸ ਪਿਆ ਹੋਏਗਾ ਜਾਂ ਬੰਦਾ ਜਿਹਨੇ ਸੇਵ ਕੀਤਾ ਹੋਏਗਾ। ਬਟ ਜਿੱਥੇ ਤੱਕ ਹੁਣ ਜਿਹੜੀ ਕੰਡੀਸ਼ਨ ਆ ਚੁੱਕੀ ਹੈ ਲਾਕਡਾਊਨ ਤੋਂ ਬਾਅਦ, ਤੁਹਾਨੂੰ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਸੇਵਿੰਗਸ ਵੀ ਨਹੀਂ ਰਹੀਆਂ ਕਿਉਂਕਿ ਉਹਨਾਂ ਦੀ ਸੇਵਿੰਗਸ ਜਿਹੜੀਆਂ ਉਹ ਘਰ ਦੇ ਖਰਚਿਆਂ ਦੇ ਵਿੱਚ ਚਲੇ ਗਈਆਂ ਜਾਂ ਹੋਰ ਖਰਚਿਆਂ ਦੇ ਵਿੱਚ ਚਲੇ ਗਈਆਂ। ਤੁਹਾਨੂੰ ਕੀ ਲੱਗਦਾ ਹੁਣ ਜਿਹੜਾ ਲੋਕਾਂ ਕੋਲੋਂ ਜਿਹੜਾ ਪੈਸੇ ਦਾ ਸਰਕਲ ਘਟਿਆ
ਉਹ ਕਿਤੇ ਨਾ ਕਿਤੇ ਟ੍ਰੇਡ ਦੇ ਵਿੱਚ ਇਫੈਕਟ ਪਾ ਸਕਦਾ? ਸਭ ਦੇਖੋ ਜ਼ਰੂਰ ਪਾਉਂਦਾ ਜੀ, ਇਹਦਾ ਅਸਰ ਤਾਂ ਆਉਂਦਾ ਹੀ ਆਉਂਦਾ। ਉਹਦੇ 'ਚ ਮੈਂ ਤੁਹਾਨੂੰ 2-3 ਚੀਜ਼ਾਂ ਦੱਸਣਾ ਚਾਹਾਂਗਾ। ਪਹਿਲਾਂ ਤਾਂ ਇਹ ਕਿ ਜਿਹੜੀਆਂ ਆਈਟਮ ਹੈਗੀਆਂ ਨੇ 에ਅਰ ਕੰਡੀਸ਼ਨਰ ਤੇ ਰੈਫਰੀਜਰੇਟਰਸ ਬਹੁਤ ਜ਼ਿਆਦਾ ਨੈਸੈਸਿਟੀ ਬਣ ਚੁੱਕੀਆਂ ਨੇ। ਸੋ ਜਿਸ ਕਿਸੇ ਬੰਦੇ ਨੂੰ ਲੋੜ ਹੈ ਉਹ ਤਾਂ ਖਰੀਦੇਗਾ ਜੀ ਜ਼ਰੂਰ, ਉਹ ਉਹਨੂੰ ਅਵੋਇਡ ਨਹੀਂ ਕਰ ਸਕਦਾ। ਜਿਹੜਾ ਕੋਈ ਬੰਦਾ ਅਪਗ੍ਰੇਡ ਕਰਨਾ ਚਾਹੁੰਦਾ, ਸ਼ੌਕ ਨਾਲ ਹੀ ਕੋਈ ਰੈਫਰੀਜਰੇਟਰ ਹੋਰ ਲੈਣਾ ਚਾਹੁੰਦਾ, ਉਹ ਸ਼ਾਇਦ ਜਿਹੜਾ ਅਵੋਇਡ ਕਰ ਲੈ, ਜਿਹੜੀ ਕਿ ਪਰਸੈਂਟੇਜ ਜਿਹੜੀ ਹੈ ਬਹੁਤ ਘੱਟ ਹੈ। ਦੂਸਰੀ ਚੀਜ਼ ਇਹ ਹੈ ਕਿ ਪਹਿਲੇ ਵੀ ਬਹੁਤ ਜ਼ਿਆਦਾ ਪ੍ਰੋਡਕਟ ਜਿਹੜੇ ਨੇ ਉਹ ਫਾਈਨੈਂਸ ਹੁੰਦੇ ਨੇ। ਤਾਂ ਬਜਾਜ ਫਾਈਨੈਂਸ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ 2-3 ਦਿਨਾਂ ਦੇ ਵਿੱਚ ਬਜਾਜ ਫਾਈਨੈਂਸ ਜਿਹੜੀ ਹੈ ਉਹਨਾਂ ਦੀ ਸਾਰੀ ਜਿਹੜੀ ਸਰਵਿਸਿਜ਼ ਨੇ ਉਹ ਐਜ਼ ਇਟ ਇਜ਼ ਕਸਟਮਰ ਨੂੰ ਰਿਜ਼ਿਊਮ ਹੋ ਜਾਣਗੀਆਂ। ਆਲਰੇਡੀ ਜਿੰਨੇ ਕ੍ਰੈਡਿਟ ਕਾਰਡ ਵਾਲਾ ਹੈਗਾ, ਡਿਜੀਟਲ ਪੇਮੈਂਟ ਵਾਲਾ, ਉਹ ਸਾਰੇ ਜਿਹੜੇ ਚੱਲ ਰਹੇ ਨੇ। ਕੰਪਨੀ ਦੀ ਤਰਫੋਂ ਵੀ ਇਸ ਚੀਜ਼ ਦਾ ਬਹੁਤ ਸਹਿਯੋਗ ਰਿਹਾ ਕਿ ਉਹਨਾਂ ਨੇ ਡਿਜੀਟਲ ਦੇ ਉੱਤੇ ਜਿਹੜੇ ਕਾਰਡ ਦੀ ਪੇਮੈਂਟਸ ਹੈਗੀਆਂ ਉਹਨਾਂ ਦੇ ਉੱਤੇ ਕੈਸ਼ਬੈਕ ਜਿਹੜਾ ਉਹ ਕੰਟੀਨਿਊ ਰੱਖਿਆ। ਸੋ ਕਸਟਮਰ ਨੂੰ ਕਾਫੀ ਸਾਰੇ ਬੈਨੀਫਿਟ ਜਿਹੜੇ ਨੇ ਉਹ ਐਜ਼ ਇਟ ਇਜ਼ ਸੇਲ ਕਰਨ ਲਈ ਉਹ ਦੇ ਰਹੇ ਨੇ। ਸੋ ਅਸੀਂ ਉਮੀਦ ਕਰ ਰਹੇ ਹਾਂ ਕਿ ਕਾਫੀ ਹੱਦ ਤੱਕ ਉਸ ਚੀਜ਼ ਨੂੰ ਅਸੀਂ ਕਵਰ ਕਰ ਜਾਵਾਂਗੇ, ਸਪੈਸ਼ਲੀ ਇਹਨਾਂ ਸੈਗਮੈਂਟ ਦੇ ਵਿੱਚ ਜਿੱਥੇ ਇੱਕ ਬੇਸਿਕ ਨੈਸੈਸਿਟੀ ਹੈ ਰੈਫਰੀਜਰੇਟਰ ਔਰ 에ਅਰ ਕੰਡੀਸ਼ਨਰ ਦਾ ਹੋਣਾ ਇਸ ਵੇਲੇ। ਤੇ ਜੇਕਰ ਆਪਾਂ ਗੱਲ ਕਰੀਏ ਕਾਲਾ ਜੀ, ਜਿਹੜੇ ਹੁਣ ਭਾਰਤ ਦੀ ਸਰਕਾਰ ਵੱਲੋਂ MSMEs ਦੇ ਲਈ ਕਾਫੀ ਜ਼ਿਆਦਾ ਪਾਲਿਸੀਜ਼ ਜਿਹੜੀਆਂ ਉਹ ਬਣਾਈਆਂ ਗਈਆਂ ਨੇ, ਤੁਹਾਡੇ ਹਿੱਸੇ ਕੋਈ ਜਿਹੜੀ ਸਰਕਾਰ ਦੀ ਕਿਸੇ ਤਰੀਕੇ ਦੀ ਮਦਦ ਇਸ ਅਨਾਉਂਸਮੈਂਟ ਤੋਂ ਬਾਅਦ, ਤੁਹਾਡੇ ਹਿੱਸੇ ਕੋਈ ਅਨਾਉਂਸਮੈਂਟ ਤੋਂ ਬਾਅਦ ਕੋਈ ਆਈ ਹੈ ਮਦਦ ਤੁਹਾਨੂੰ, ਜਿਹੜੇ ਤੁਹਾਨੂੰ ਲੱਗੇ ਕਿ ਸਾਡੀ ਟ੍ਰੇਡ ਲਈ ਇੱਕ ਬਹੁਤ ਵੱਡਾ ਰਿਲੀਫ ਹੈ? ਸਭ ਦੇਖੋ ਸਪੈਸੀਫਿਕਲੀ ਸਾਡੇ ਟ੍ਰੇਡ ਲਈ ਤਾਂ ਕੁਝ ਨਹੀਂ ਹੈ ਜੀ। ਜਿਹੜਾ ਜੀ ਇੱਕ ਨਾਰਮਲ ਟ੍ਰੇਡਰ ਜਿਹੜੇ ਅਸੀਂ ਹਾਂ ਉਹਨਾਂ ਨੂੰ ਡਾਇਰੈਕਟਲੀ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਦਿੱਤਾ ਗਿਆ। ਜਿੰਨੇ ਲਘੂ ਉਦਯੋਗ ਨੇ ਜਾਂ ਮੀਡੀਅਮ ਉਦਯੋਗ ਨੇ ਉਹਨਾਂ ਨੂੰ ਤਾਂ ਬੈਨੀਫਿਟ ਦਿੱਤਾ ਗਿਆ। ਉਹਨਾਂ ਨੂੰ ਬਹੁਤ ਸਾਰੀਆਂ ਲਿਮਿਟਸ ਔਰ ਕਈ ਕੁਝ ਐਡਵਾਂਟੇਜਸ ਜਿਹੜੇ ਨੇ ਸਰਕਾਰ ਨੇ ਉਹਨਾਂ ਨੂੰ ਦਿੱਤੇ ਨੇ, ਬਟ ਡਾਇਰੈਕਟਲੀ ਸਾਡੇ ਉੱਤੇ ਕੋਈ ਅਸਰ ਨਹੀਂ ਆਉਂਦਾ। ਮਨੀ ਦਾ ਸਰਕੂਲੇਸ਼ਨ ਮਾਰਕੀਟ ਦੇ ਜ਼ਿਆਦਾ ਆਉਣ ਦੇ ਨਾਲ ਜੋ ਸਾਨੂੰ ਐਡਵਾਂਟੇਜਸ ਆਉਣਗੇ ਉਹ ਆਉਣਗੇ। ਇੱਕ ਬਹੁਤ ਅੱਛੀ ਗੱਲ ਜਿਹੜੀ ਹੋਈ ਹੈ, ਪੰਜਾਬ ਨੂੰ ਬਹੁਤ ਅੱਛੀ ਕ੍ਰੌਪ ਇਸ ਵਾਰੀ ਮਿਲੀ ਹੈ, ਉਹਦੇ ਨਾਲ ਵੀ ਪੈਸਾ ਜਿਹੜਾ ਮਾਰਕੀਟ ਦੇ ਸਰਕੂਲੇਸ਼ਨ ਦੇ ਵਿੱਚ ਬਹੁਤ ਅੱਛਾ ਆਏਗਾ। ਸਾਡੇ ਪ੍ਰੋਡਕਟ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਨੇ, ਲਿਕੁਇਡਿਟੀ ਦੇ ਔਰ ਇੱਕ ਕਸਟਮਰ ਦੇ ਸੈਂਟੀਮੈਂਟ ਦੇ ਉੱਤੇ। ਸੋ ਸੈਂਟੀਮੈਂਟ ਜਿਹੜਾ ਮੈਨੂੰ ਲੱਗਦਾ ਕਿ ਜਲਦੀ ਵਾਪਸ ਆ ਜਾਏਗਾ। ਲਿਕੁਇਡਿਟੀ ਵੀ ਜਿਹੜੀ ਹੈ ਉਹ ਸਰਕਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਗਰੀਕਲਚਰ ਦਾ ਵੀ ਇਨਪੁਟ ਜਿਹੜਾ ਬਹੁਤ ਅੱਛਾ ਮਿਲੇਗਾ ਸਾਨੂੰ। ਸੋ ਡਾਇਰੈਕਟ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਆਇਆ, ਬਟ ਮਾਰਕੀਟ ਸੈਂਟੀਮੈਂਟ ਜਿਹੜਾ ਉਹਦਾ ਬੈਨੀਫਿਟ ਹੋਣ ਦਾ ਸਾਨੂੰ ਜ਼ਰੂਰ ਕੁਛ ਨਾ ਕੁਛ ਲਾਭ ਜਿਹੜਾ ਉਹ ਮਿਲੇਗਾ। ਤੇ ਜਿੱਦਾਂ ਸਰ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਕ ਸ਼ੋਰੂਮ ਦੇ ਖਾਸ ਕਰਕੇ ਕੁਝ ਫਿਕਸ ਕਾਸਟ ਜਿਹੜੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ, ਪਲੱਸ ਜਿਹੜੀਆਂ ਸੈਲਰੀਜ਼ ਦਾ ਤੁਸੀਂ ਇਸ਼ੂ ਦੀ ਗੱਲ ਕੀਤੀ ਹੈ, ਬਹੁਤ ਸਾਰੇ ਜਿਹੜੇ ਟ੍ਰੇਡਰਸ ਨੇ ਜਿਹੜਾ ਨੇ ਜੋ ਖਾਸ ਕਰਕੇ ਨਾ ਟ੍ਰੇਡਿੰਗ 'ਚ ਕਰਦੇ ਨੇ, ਉਹਨਾਂ ਨੇ ਮਾਰਚ ਦੀ ਸੈਲਰੀਜ਼ ਤਾਂ ਨਾਰਮਲੀ ਕਲੀਅਰ ਕਰ ਦਿੱਤੀਆਂ ਸੀਗੀਆਂ, ਪਰ ਜਦੋਂ ਅਪ੍ਰੈਲ ਦੀ ਸੈਲਰੀ ਦੀ ਗੱਲ ਆਈ ਤਾਂ ਉਦੋਂ ਲੋਕ ਇਹ ਸੋਚਣੇ ਹੋਏ ਕਿਉਂਕਿ ਸੇਲ ਨਹੀਂ ਸੀਗੀ, ਸੇਲ ਜ਼ੀਰੋ ਸੀ, ਕੁਝ ਨਹੀਂ ਹੋਇਆ, ਕੋਈ ਬਿਜ਼ਨਸ ਨਹੀਂ ਹੋਇਆ। ਫਿਰ ਵੀ ਲੋਕਾਂ ਨੇ, ਕਈਆਂ ਨੇ ਤਾਂ 50% ਸੈਲਰੀਜ਼ ਦਿੱਤੀਆਂ, ਬਟ ਹਾਲੇ ਵੀ ਬਹੁਤ ਸਾਰੇ ਲੋਕ ਇਸ ਇੱਕ ਕਨਫਿਊਜ਼ਨ 'ਚ ਨੇ ਕਿ ਉਹ ਅਪ੍ਰੈਲ ਦੀ ਸੈਲਰੀਜ਼ ਕਿੱਦਾਂ ਪੇ ਕਰਨ। ਤੁਹਾਡਾ ਇਸ ਮੁੱਦੇ ਉੱਤੇ ਕੀ ਨਜ਼ਰੀਆ ਰਿਹਾ? ਦੇਖੋ, ਇੱਕ ਪਰਟੀਕੂਲਰ ਸਟਾਫ ਜਿਹੜਾ ਉਹ ਤੁਹਾਡੇ ਨਾਲ ਕਾਫੀ ਦੇਰ ਦਾ ਜੁੜਿਆ ਹੁੰਦਾ, ਤੁਹਾਡੇ ਫੈਮਿਲੀ ਦੀ ਤਰ੍ਹਾਂ, ਤੁਹਾਨੂੰ ਉਹਨਾਂ ਦਾ ਇੰਟਰਸਟ ਜਿਹੜਾ ਉਹ ਵਾਚ ਕਰਨਾ ਪੈਂਦਾ। ਸੋ ਜਿੰਨਾ ਬੈਸਟ ਪੋਸੀਬਲ ਅਸੀਂ ਉਹਨਾਂ ਦਾ ਇੰਟਰਸਟ ਵਾਚ ਕਰ ਸਕਦੇ ਅਸੀਂ ਇਹ ਜ਼ਰੂਰ ਕੀਤਾ ਹੈਗਾ, ਔਰ ਫਰਦਰ ਵੀ ਜਿਹੜਾ ਕਰਾਂਗੇ, ਕਿਉਂਕਿ ਇੱਕ ਫੈਮਿਲੀ ਦਾ ਉਹ ਹਿੱਸਾ ਨੇ, ਇੱਕ ਛੋਟੀ ਐਸਟੈਬਲਿਸ਼ਮੈਂਟ ਹੈ, ਉਹਦੇ ਵਿੱਚ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜਿਹੜਾ ਉਹ ਜ਼ਰੂਰੀ ਹੈ। ਔਰ ਦੂਸਰਾ ਕੀ ਹੁੰਦਾ ਕਿ ਸਾਡੇ ਜਿੰਨੇ ਸਾਡੀ ਵਰਕਫੋਰਸ ਹੁੰਦੀ ਹੈ, ਮੋਸਟ ਆਫ ਦਮ ਜਿਹੜੀ ਹੈ ਸਪੈਸ਼ਲਾਈਜ਼ਡ ਹੁੰਦੀ ਹੈ। ਸੋ ਉਸ ਕਰਕੇ ਵੀ ਉਹਨਾਂ ਦੀ ਸਾਨੂੰ ਲੋੜ ਵੀ ਹੁੰਦੀ ਹੈ। ਤੀਸਰਾ, ਸਾਡੇ ਕਾਊਂਟਰ ਦੇ ਉੱਤੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ LG ਦੇ ਜਿਹੜੇ ਨੇ ਉਹ ਦਿੱਤੇ ਹੋਏ ਉਹਨਾਂ ਦੀ ਆਪਣੀ ਮੈਨ ਪਾਵਰ ਹੈ, ਉਹ ਸਾਰੀ ਉਹ LG ਐਜ਼ ਇਟ ਇਜ਼ ਜਿਹੜੀ ਹੈ ਸਾਡੇ ਕਾਊਂਟਰ 'ਤੇ ਮੇਨਟੇਨ ਕਰ ਰਹੀ ਹੈ ਔਰ ਉਹਨਾਂ ਨੂੰ ਪੇਮੈਂਟ ਕਰ ਰਹੀ ਹੈ। ਸੋ ਉਸ ਗੱਲ ਵੱਲੋਂ ਜੋ ਕਾਸਟ ਹੈ ਅਸੀਂ ਲਈ ਹੈ ਔਰ ਅਸੀਂ ਫਰਦਰ ਵੀ ਉਹਨੂੰ ਲੈਣ ਲਈ ਤਿਆਰ ਹਾਂ। ਇੱਕ ਗੱਲ ਜਿਹੜੀ ਇਸ ਵੇਲੇ ਭਾਰਤ ਸਰਕਾਰ ਵੱਲੋਂ ਵੀ, ਨਰਿੰਦਰ ਮੋਦੀ ਜੀ ਵੱਲੋਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਕਹੀ ਗਈ ਹੈ ਕਿ ਮੇਕ ਇਨ ਇੰਡੀਆ ਨੂੰ ਹੁਣ ਜ਼ਿਆਦਾ ਪ੍ਰਮੋਟ ਕਰੋ, ਕਿ ਜਿਹੜੀ ਚੀਜ਼ ਇੰਡੀਆ ਦੇ ਵਿੱਚ ਬਣਦੀ ਪਈ ਹੈ ਤਾਂ ਕਿ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਫਿਰ ਇੱਕ ਵਾਰੀ ਜਿਹੜੀ ਹੈ ਉਹ ਵਾਪਸ ਟਰੈਕ 'ਤੇ ਆ ਸਕੇ। ਉਹਨਾਂ ਨੇ ਕਿਹਾ ਕਿ ਇਸ ਮੇਕ ਇਨ ਇੰਡੀਆ ਨੂੰ ਖਾਸ ਕਰਕੇ ਐਜ਼ ਅ ਮੌਕਾ ਲਿਆ ਜਾ ਸਕਦਾ ਹੈ ਕਿ ਹੁਣ ਸਾਡੇ ਕੋਲ ਮੌਕਾ ਹੈ ਕਿ ਆਪਾਂ ਆਪਣੀ ਇਕੋਨਮੀ ਨੂੰ ਪੂਰੀ ਦੁਨੀਆ ਵਿੱਚ ਦਿਖਾਈਏ, ਇਹਨੂੰ ਮੌਕਾ, ਇਸ ਚੀਜ਼ ਦਾ ਮੌਕਾ ਜਿਹੜਾ ਹੈ ਉਹ ਮੌਕੇ ਦਾ ਫਾਇਦਾ ਚੱਕੀਏ। ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜੀ? ਮੈਂ ਇਹਨੂੰ ਬਹੁਤ ਹੀ ਪੋਜ਼ੀਟਿਵਲੀ ਦੇਖਦਾ ਜੀ, ਔਰ ਜਿਹੜੇ ਬ੍ਰਾਂਡ ਦੇ ਨਾਲ ਮੈਂ ਜੁੜਿਆ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗਾ। ਉਹਨਾਂ ਦੇ ਆਲਰੇਡੀ ਬਹੁਤ ਹੀ ਵੱਡੇ ਪਲਾਂਟ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਲੱਗੇ ਦੇ ਨੇ,
ਔਰ ਆਲਰੇਡੀ ਇੰਡੀਆ ਦੀ ਲਾਰਜ ਪਾਪੂਲੇਸ਼ਨ ਔਰ ਗਰੋਇੰਗ ਇਨਕਮ ਕੈਪੇਬਿਲਿਟੀ ਦੇਖਦੇ ਹੋਏ, ਉਹਨਾਂ ਦੀ ਨੀਡ ਔਰ ਡਿਜ਼ਾਇਰ ਫਾਰ ਕੰਜ਼ਿਊਮਰ ਡਿਊਰੇਬਲ ਦੇਖਦੇ ਹੋਏ ਕੰਪਨੀ ਨੇ ਬਹੁਤ ਹੀ ਆਲਮੋਸਟ 90% ਪਲੱਸ ਪ੍ਰੋਡਕਟਸ ਦੀ ਜਿਹੜੀ ਮੈਨੂਫੈਕਚਰਿੰਗ ਜਿਹੜੀ ਹੈ ਉਹ ਆਲਰੇਡੀ ਇੰਡੀਆ ਦੇ ਵਿੱਚ ਕਰ ਰਹੇ ਨੇ। ਬਹੁਤ ਹੀ ਜ਼ਿਆਦਾ ਕੋ ਹਾਈ ਸੋਫਿਸਟੀਕੇਟਡ ਪ੍ਰੋਡਕਟਸ ਹੈ ਜਿਹੜੇ ਬਾਹਰੋਂ ਦੀ ਇੰਪੋਰਟ ਹੋ ਰਹੇ, ਉਹਦੇ ਸਾਰੇ ਪ੍ਰੋਡਕਟ ਜਿਹੜੇ ਇੰਡੀਆ 'ਚ ਮੈਨੂਫੈਕਚਰ ਹੋ ਰਹੇ ਨੇ। ਸੋ ਉਹਦੇ ਵਿੱਚ ਕੰਪਨੀ ਦੀ ਤਰਫੋਂ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਮੇਕ ਇਨ ਇੰਡੀਆ ਦੇ ਉੱਤੇ ਹੀ ਇਹ ਤਾਂ ਰਾਦਰ ਹੁਣ ਸ਼ੁਰੂ ਹੋਇਆ, ਬਟ ਉਸ ਤੋਂ ਪਹਿਲੇ ਦੇ ਹੀ ਇਹ ਲੋਕ ਤਾਂ ਇੰਡੀਆ ਦੇ ਵਿੱਚ ਮੈਨੂਫੈਕਚਰ ਜਿਹੜੇ ਸੀਗੇ ਕਰ ਰਹੇ ਸੀਗੇ। ਸੋ ਉਸ ਚੀਜ਼ ਦੇ ਬਾਰੇ ਮੈਂ ਇਹ ਸਮਝਦਾ ਕਿ ਬੜਾ ਅੱਛਾ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਕਿ ਸਾਰੇ ਪ੍ਰੋਡਕਟ ਜਿਹੜੇ ਇੰਡੀਆ ਦੇ ਵਿੱਚ ਬਣਨ, ਇੰਡੀਆ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਜਿੰਨੇ ਟੈਕਸਿਸ ਨੇ ਉਹ ਸਾਰੇ ਇੰਡੀਆ ਦੇ ਵਿੱਚ ਆਉਣ ਤਾਂ ਕਿ ਸਾਡੀ ਹੋਰ ਜਿਹੜੀ ਹੈ ਤਰੱਕੀ ਹੋਏ। LG ਉਸ ਚੀਜ਼ ਨੂੰ ਆਲਰੇਡੀ ਕਮਿਟਡ ਹੈ, ਜਿਹੜੇ ਬ੍ਰਾਂਡ ਨਾਲ ਅਸੀਂ ਜੁੜੇ ਦੇ ਹਾਂ, ਔਰ ਸਾਨੂੰ ਇਸ ਚੀਜ਼ ਦਾ ਵੀ ਫਖਰ ਹੈ ਕਿ LG ਕੰਜ਼ਿਊਮਰ ਡਿਊਰੇਬਲ ਮਾਰਕੀਟ ਦੇ ਨੰਬਰ 1 ਹੈ ਔਰ ਸਾਰੇ ਪ੍ਰੋਡਕਟ ਜਿਹੜੇ ਉਹਨਾਂ ਦੇ ਇੰਡੀਆ ਦੇ ਮੈਨੂਫੈਕਚਰਡ ਨੇ। ਜਿੱਦਾਂ ਤੁਸੀਂ ਕਿਹਾ ਕਿ ਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਹੈ ਤੁਹਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ, ਇਨਡਾਇਰੈਕਟ ਤਰੀਕੇ ਨਾਲ ਆਬਵੀਅਸ ਜੇ ਮਾਰਕੀਟ 'ਚ ਪੈਸੇ ਦਾ ਫਲੋ ਆਏਗਾ ਤਾਂ ਹੀ ਤੁਹਾਡੀਆਂ ਚੀਜ਼ਾਂ ਵਿਕਣਗੀਆਂ, ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੋਏਗਾ। ਬਟ ਜੇਕਰ ਗੱਲ ਕਰੀਏ ਡਾਇਰੈਕਟ ਫਾਇਦੇ ਦੀ, ਤੁਸੀਂ ਸਰਕਾਰ ਦੇ ਕੋਲੋਂ ਕੀ ਡਿਮਾਂਡ ਕਰਦੇ ਹੋ ਕਿ ਡਾਇਰੈਕਟਲੀ ਉਹਨਾਂ ਚੀਜ਼ਾਂ ਦਾ ਤੁਹਾਨੂੰ ਜਿਹੜਾ ਹੈ ਫਾਇਦਾ ਮਿਲਣਾ ਚਾਹੀਦਾ, ਕਿਉਂਕਿ ਤੁਹਾਡੇ ਫਿਕਸ ਕਾਸਟ ਦੇ ਵਿੱਚ ਤੁਹਾਡੀਆਂ ਲੋਨਸ ਵੀ ਆ ਜਾਂਦੇ ਨੇ, ਤੁਹਾਡੇ ਬਿਜਲੀ ਦੇ ਬਿੱਲ ਦੇ ਫਿਕਸ ਕਾਸਟ ਵੀ ਜਿਹੜੀ ਫਿਕਸ ਇੱਕ ਹੁੰਦੀ ਹੈ ਤੁਸੀਂ ਪੇ ਕਰਨਾ ਹੁੰਦਾ ਉਹ ਵੀ ਆ ਜਾਂਦਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੈ ਉਹ ਆ ਜਾਂਦੀਆਂ। ਤੁਸੀਂ ਕੀ ਡਿਮਾਂਡ ਕਰਦੇ ਹੋ? ਦੇਖੋ, ਸਰਕਾਰ ਤੋਂ ਅਸੀਂ ਜਿਹੜੀ ਸਭ ਤੋਂ ਵੱਡੀ ਚੀਜ਼ ਅਸੀਂ ਚਾਹੁੰਦੇ ਹਾਂ ਉਹ ਇਹ ਹੈ ਜੀ, ਸਾਡੀ ਜਿਹੜੀ ਕਾਸਟ ਆਫ ਕੈਪੀਟਲ ਹੈ ਜਿਹੜੀ ਉਹ ਜ਼ਰੂਰ ਰਿਡਿਊਸ ਕੀਤੀ ਜਾਏ। ਜਿਹੜੇ ਬੈਂਕ ਜਿਹੜੇ ਨੇ ਜਿਸ ਰੇਟ ਦੇ ਉੱਤੇ ਸਾਨੂੰ ਫੰਡਿੰਗ ਜਿਹੜੀ ਕਰ ਰਹੇ ਨੇ ਉਹ ਬੜਾ ਹਾਈ ਰੇਟ ਹੈ, ਉਹ ਜਿਹੜੀ ਕਾਸਟ ਹੈ ਸਾਡੀ ਸਭ ਤੋਂ ਵੱਡੀ ਕਾਸਟ ਹੈ। ਦੂਸਰੀ ਇਲੈਕਟ੍ਰਿਸਿਟੀ ਜਿਹੜੀ ਹੈ ਫਿਕਸ ਚਾਰਜਸ ਤੇ ਨਾ ਲੈਣ, ਜਿੰਨੀ ਕੰਜ਼ੰਪਸ਼ਨ ਦੇ ਬੇਸਿਸ ਤੇ ਉਹਦੇ ਉੱਤੇ ਰਵੇ, ਤਾਂ ਉਹ ਇੱਕ ਦੂਸਰਾ ਜਿਹੜਾ ਲਾਭ ਜਿਹੜਾ ਸਾਨੂੰ ਹੋ ਸਕਦਾ। ਸੋ ਸਾਡੇ ਤਾਂ ਦੋ ਮੇਨ ਇਹ ਚੀਜ਼ਾਂ ਨੇ ਜੀ। ਕਿਸੇ ਤਰੀਕੇ ਦੇ ਟੈਕਸਿਸ ਦੇ ਵਿੱਚ ਰਿਬੇਟ ਤੁਸੀਂ ਚਾਹੁੰਦੇ ਹੋ ਕਿ ਕੋਈ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਗੁੱਡਸ ਦੇ ਉੱਤੇ ਟੈਕਸਿਸ ਲੱਗੇ ਹੁੰਦੇ ਨੇ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸੇਲ ਦੇ ਉੱਤੇ ਜ਼ਰੂਰ ਪਾਉਂਦੇ ਨੇ, ਅਸਰ ਪਾਉਂਦੇ ਨੇ, ਉਸ ਚੀਜ਼ 'ਤੇ ਤੁਸੀਂ ਕੀ ਕਹਿੰਦੇ ਜੀ? ਏਅਰ ਕੰਡੀਸ਼ਨਰ ਵਗੈਰਾ ਕੁਝ ਪ੍ਰੋਡਕਟ ਇਹੋ ਜਿਹੇ ਹੈਗੇ ਨੇ ਜਿਹੜੇ ਅਜੇ ਵੀ 28% ਦੇ ਟੈਕਸ ਹੋ ਰਹੇ ਨੇ ਜੀ, GST ਉਹਨਾਂ ਦੇ ਲੱਗਦਾ। ਅਗਰ ਉਹ 18% ਦੇ ਉੱਤੇ ਆ ਜਾਂਦਾ ਤਾਂ ਉਹਨਾਂ ਦੀ ਡਿਮਾਂਡ ਜਿਹੜੀ ਹੈ ਬਹੁਤ ਜ਼ਿਆਦਾ ਸਪਰ ਕਰੇਗੀ, ਉਹ ਇੱਕ ਇੰਡਸਟਰੀ ਨੂੰ ਬੜਾ ਵੱਡਾ ਐਡਵਾਂਟੇਜ ਹੋ ਸਕਦਾ। ਗਵਰਨਮੈਂਟ ਨੂੰ ਉਹ ਜ਼ਰੂਰ ਸੋਚਣਾ ਚਾਹੀਦਾ ਜੀ। ਬਹੁਤ ਧੰਨਵਾਦ ਕਾਲਾ ਜੀ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ ਤੇ ਸਾਡੇ ਨਾਲ ਜਿਹੜੀ ਤੁਹਾਡੀ ਟ੍ਰੀਟ ਦੇ ਵਿੱਚ ਪ੍ਰੋਬਲਮਸ ਆਈਆਂ ਉਹਨਾਂ ਨੂੰ ਵੀ ਡਿਸਕਸ ਕੀਤਾ ਤੇ ਉਹਦੇ ਕੁਝ ਹੱਦ ਤੱਕ ਸੋਲੂਸ਼ਨ ਜਿਹੜੇ ਨੇ ਉਹ ਵੀ ਦੱਸਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ। ਬਹੁਤ ਧੰਨਵਾਦ ਕਾਲਾ ਜੀ। ਥੈਂਕ ਯੂ ਸਰ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਮਿਸਟਰ ਕਾਲਰਾ, ਜੋ ਕਿ LG ਸ਼ੋਰੂਮ ਜਿਹੜਾ ਐਕਸਕਲੂਸਿਵ ਸ਼ੋਰੂਮ ਹੈ ਜਲੰਧਰ ਦੇ ਵਿੱਚ, ਉਸ ਦੇ ਓਨਰ ਨੇ, ਤੇ ਜਿਨ੍ਹਾਂ ਨੇ ਇਹ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਸਰਕਾਰ ਨੇ ਜਿਹੜੀਆਂ ਪਾਲਿਸੀਜ਼ ਨਵੀਆਂ ਬਣਾਈਆਂ ਨੇ ਉਹਦਾ ਡਾਇਰੈਕਟ ਫਾਇਦਾ ਤਾਂ ਨਹੀਂ ਹੋਇਆ, ਬਟ ਯੈਸ ਜੇ ਮਾਰਕੀਟ ਦੇ ਵਿੱਚ ਕੈਸ਼ ਦਾ ਫਲੋ, ਪੈਸੇ ਦਾ ਫਲੋ ਆਉਂਦਾ, ਇਕੋਨਮੀ ਸੈੱਟ ਹੁੰਦੀ ਹੈ, ਤੇ ਉਹਨਾਂ ਨੂੰ ਜਿਹੜਾ ਹੈ ਉਹ ਡਾਇਰੈਕਟ ਫਾਇਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਿਲੇਗਾ। ਤੇ ਨਾਲ ਉਹਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਫਿਕਸਡ ਖਰਚੇ ਨੇ ਉਹਨਾਂ ਨੂੰ ਕਿਸੇ ਤਰੀਕੇ ਘਟਾਇਆ ਜਾਵੇ ਤਾਂ ਕਿ ਇਸ ਟ੍ਰੇਡ ਦੇ ਵਿੱਚ ਜਿਹੜੀ ਹੈ ਉਹ ਥੋੜ੍ਹੀ ਜਿਹੀ ਜਿਹੜੀ ਇਹਨਾਂ ਨੂੰ ਹੈਲਪ ਹੋ ਸਕੇ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।